1984 ਚ ਵਾਪਰੇ ਸਾਕਾ ਨੀਲਾ ਤਾਰਾ ਦੀ 37ਵੀਂ ਵਰ੍ਹੇਗੰਢ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਦੇ ਨਾਲ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨੂੰ ਛੱਡ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ। ਘੱਲੂਘਾਰਾ ਦਿਵਸ ਅਮਨ ਅਮਾਨ ਨਾਲ ਸਮਾਪਤ ਹੋ ਗਿਆ। पंजाब टीवी साइड पे आ जाओ भाजी ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਵਿਖੇ
ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਪਰਸੋਂ ਦੇ ਰੋਜ਼ੇ ਤੋਂ ਸ੍ਰੀ ਅਖੰਡ ਪਾਠ ਸਾਹਿਬ ਤੀਜੇ ਘੱਲੂਘਾਰੇ ਜੂਨ 84 37ਵੇਂ ਘੱਲੂਘਾਰੇ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰੋਗਰਾਮ ਸਨ। ਸੰਪੂਰਨ ਭੋਗ ਪਏ ਹਨ। ਉਪਰੰਤ ਰਾਗੀ ਸਿੰਘਾਂ ਨੇ ਹਰਜਸ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਅੰਮ੍ਰਿਤ ਵੇਲੇ ਤੋਂ ਹੀ ਬੇਅੰਤ ਸੰਗਤਾਂ ਗੁਰੂ ਘਰ ਵਿਖੇ ਤਿਲ ਫੁੱਲ ਲੈ ਕੇ ਹਾਜ਼ਰੀਆਂ ਭਰ ਰਹੀਆਂ ਨੇ। ਸਾਰੀਆਂ ਸੰਗਤਾਂ ਨੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਕੋੜ-ਕੋੜ ਪ੍ਰਣਾਮ ਕੀਤਾ ਹੈ। ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਬੇਅੰਤ ਸੰਗਤਾਂ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇਸ ਦਿਹਾੜੇ ਨੂੰ ਸਮੁੱਚੇ ਸੰਸਾਰ ਦੇ ਵਿੱਚ ਬੜੇ ਦੁਖੀ ਹਿਰਦੇ ਦੇ ਨਾਲ ਮਨਾਇਆ ਜਾ ਰਿਹਾ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਭਾਈ ਠਾਰਾ ਸਿੰਘ, ਜਰਨਲ ਸ਼ਬੇਗ ਸਿੰਘ ਔਰ ਹੋਰ ਮਰਜੀਵੜੇ ਸਿੱਖਾਂ ਨੇ ਪਾਵਨ ਗੁਰਧਾਮ ਦੀ ਜੋ ਮਰਜ਼ਾਦਾ ਸੀ ਔਰ ਆਨ ਸ਼ਾਨ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹਾਦਤ ਦੇ ਜਾਮ ਪੀਤੇ। ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਿਆਂ ਹੋਇਆਂ ਔਰ ਉਹ ਜਿਹੜੀ ਪੀੜ ਆ ਜਿਹਨੂੰ ਸ਼ਬਦਾਂ ਵਿੱਚ ਨਾ ਬੋਲ ਕੇ ਦੱਸਿਆ ਜਾ ਸਕਦਾ ਹੈ ਔਰ ਨਾ ਉਸ ਜਿਹੜਾ ਦਰਦ ਹੈ ਨਾ ਉਹ ਅਸਹਿ ਤੇ ਕਹਿ ਸੀ, ਉਸ ਦਰਦ ਨੂੰ ਅਨੁਭਵ ਕਰਦਿਆਂ ਹੋਇਆਂ ਔਰ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਿਆਂ ਹੋਇਆਂ ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ ਜਿੱਥੇ ਸਾਰੇ ਪਾਵਨ ਪਵਿੱਤਰ ਸਥਾਨਾਂ 'ਤੇ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਰਸੋਂ ਵਾਲੇ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਅੱਜ ਉੱਥੇ ਭੋਗ ਪਏ ਨੇ। ਉਸੇ ਤਰ੍ਹਾਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨਤਾਰਨ ਸਾਹਿਬ ਵਿਖੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਔਰ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਸੋਂ ਵਾਲੇ ਰੋਜ਼ ਤੋਂ ਜੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਉਹਨਾਂ ਦੇ ਭੋਗ ਪਏ ਨੇ। ਉਪਰੰਤ ਅਗੰਮੀ ਬਾਣੀ ਦਾ ਕੀਰਤਨ ਗਾਇਨ ਹੋਇਆ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸ੍ਰੀ ਮੁਖ ਵਾਕ ਹੋਏ ਨੇ ਔਰ ਸੰਪੰਨਤਾ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਲਈ, ਸਿੱਖਾਂ ਲਈ ਗੁਰਦੁਆਰੇ ਕੇਵਲ ਪੂਜਣ ਵਾਲਾ ਸਥਾਨ ਹੀ ਨਹੀਂ, ਸਗੋਂ ਕਿ ਸਿੱਖਾਂ ਦੇ ਉਸ ਮਹਾਨ ਪਵਿੱਤਰ ਸਥਾਨ ਦੇ ਵਿੱਚ ਜਾਗਤ ਜੋਤ ਦਸਾਂ ਗੁਰੂਆਂ ਦੀ ਮਾਨਸਿਕ ਆਤਮਿਕ ਸ਼ਕਤੀ ਉੱਥੇ ਬਿਰਾਜਮਾਨ ਹੁੰਦੀ ਹੈ। ਸਾਰੀ ਕੌਮ ਆਪਣੇ ਗੁਰੂ ਦੇ ਸਥਾਨ ਤੇ ਆ ਕੇ ਨਤਮਸਤਕ ਹੋ ਕੇ ਜੀਵਨ ਦੀ ਸੇਧ ਲੈਂਦੀ ਹੈ। ਹਰ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਸਥਾਨ ਬਹੁਤ ਪਿਆਰੇ ਹੈ, ਲੇਕਿਨ ਸਿੱਖਾਂ ਦੀ ਇੱਕ ਵਿਲੱਖਣਤਾ ਹੈ ਕਿ ਸਿੱਖਾਂ ਦੇ ਸਥਾਨ ਸਿੱਖਾਂ ਨੂੰ ਆਪਣੀ ਜਾਨ ਤੋਂ ਪਿਆਰੇ ਹੈ। ਇਹ ਆਪਣਾ ਆਪਾ ਮਿਟਾ ਸਕਦੇ ਹੈ, ਆਪਣੇ ਧਰਮ ਸਥਾਨ ਨੂੰ ਕੋਈ ਆਂਚ ਨਹੀਂ ਆਉਣ ਦਿੰਦੇ। ਇਹਨਾਂ ਨੇ ਹਮੇਸ਼ਾ ਹੀ ਇੱਥੋਂ ਸ਼ਕਤੀ ਲਈ, ਭਗਤੀ ਲਈ ਔਰ ਮਰ ਮਿਟਣ ਦੀ ਅਵਸਥਾ ਲੈ ਕੇ ਆਪਣਾ ਜੀਵਨ ਕੁਰਬਾਨ ਕੀਤਾ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਬਹੁਤ ਸ਼ਰਧਾ ਤੇ ਸਤਿਕਾਰ ਦੇ ਨਾਲ 1984 ਦਾ ਜੋ ਘੱਲੂਘਾਰਾ ਵਾਪਰਿਆ ਸੀ ਉਹਦੇ ਸੰਬੰਧ ਵਿੱਚ ਹਰ ਸਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਕੀਰਤਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੌਮ ਨੂੰ ਸੰਦੇਸ਼ ਦਿੰਦੇ ਹੈ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਅਤੇ ਸਾਰਿਆਂ ਨੂੰ ਇਕੱਤਰ ਹੋ ਕੇ ਇਹਨਾਂ ਮਹਾਨ ਸ਼ਹੀਦਾਂ ਦੀ ਜ਼ਿੰਦਗੀ ਜਿਹੜੀ ਹੈ ਉਹਦੇ ਲਈ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਅਸੀਂ ਸਤਿਕਾਰ ਦਿੰਦੇ ਹਾਂ। ਅੱਜ ਵੀ ਉਸੇ ਤਰ੍ਹਾਂ ਬਦਸਤੂਰ ਹਰ ਸਾਲ ਦੀ ਤਰ੍ਹਾਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਮਹਾਨ ਸ਼ਹੀਦਾਂ ਨੂੰ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ,
जनरल सुबेग सिंह जी, बाबा अमरीक से भाई अमरीक सिंह जी, भाई जो श्री गुरु अर्जन देव जी की शहादत के दिहाड़े नूं मनाउंदियां होइयां संगतां अनेकां की गिनती में इत्थे पहुंचियां सन। वो भी अपनियां जानां वार गईयां, उन्हां नूं भी शहीद कर दिता गया। उन्हां सारिआं नूं शरधा दे फुੱਲ भेंट किए गए। सिंह साहब जी ने इस तरह कौम नूं इकट्ठे रहन दी, एकता च रहन दी और अपनी जिंदगी नूं ताकतवर बनाउण वास्ते ਵੱਡਾ ਉਪਦੇਸ਼ ਦਿੱਤਾ। मैं जिथे अपने वालों भी श्रोमणी गुरुद्वारा प्रबंधक कमेटी वालों भी शरधा के फुੱਲ भेंट करती हैं, उत्थे गुरु के चरणों च अरदास करती हैं कि सच्चे पातशाह पापी को दंड दियो रे। जिन्हां ताकतां ने, जिस हुकूमत ने, कांग्रेस की हुकूमत ने 1984 दे विच साडे जान तो प्यारे गुरधाम श्री हरमंदर साहब दे विच गोलियां मारियां, छलनी किया, गुरु ग्रंथ साहब जी की देह विच गोली मारी। अज सिख सारे उत्थे तड़प रहे हैं और जो भी आके दर्शन करता, मेरा ख्याल है हर एक दी अख कली नम ही नहीं हुंदी। उत्थे कई किलकारियां मार के भी रोए, पुब्बां मार के भी रोए अते हौके भर के भी गए। वो सारा सीन, वो सारा दृश्य सारी दुनिया जड़ी है अपनी अखा सामने देख रही है। और वो फिर साडे जड़े पक्ष सन अज फिर बलुंदरे गए, अज फिर छिले गए। तो सारा दास्तान जड़ी सी अखा सामने फिर लंघी। तो जड़े कौम की पनीरी सी, जिन्हों ने वो दर्द अपनी अखा नाल नहीं सी देखिया, अज जदों वो अखा नाल देख रहे हैं कि साडे 10 गुरुओं की जोत गुरु ग्रंथ साहब जी की हिक विच गोली वजी और वो 90 पन्ने तक, 90 अंक तक पहुँची, चीरद्या तो वो जख्म जड़े सी जदों अज देख रहे हैं तो सारे जड़े है गमगीन हो जाते हैं, उदास हो जाते हैं। जिस तरह तुसी सारे अज देख रहे सी कि संगतां कितनियां गमगीन सन। श्री अकाल तख्त साहब ढह ढेरी होया, वो साडे वास्ते चानण मुनारा सी। वो स्थान सानू बहुत बड़ी सेध दिंदे। धन गुरु हरगोबिंद साहब जी ने तख्त साजिया, मीरी पीर का सिद्धांत दिता। असी धर्म नूं उपर रख के राजनीति करनी है। किहड़ी राजनीति जिहड़ी सरबत दा भला मंगे, किहड़ी राजनीति जिहड़ी मानस की जात सब एक है पहचान वो दा पैगाम देवे, किहड़ी राजनीति जिहड़ी सबना नूं ये संदेश देवे कि ना को वैरी नहीं बिगाना, किहड़ी राजनीति करनी है जिहड़ी सारिआं नूं बुक्कल विच लैके हर एक नूं बराबरता का अधिकार देवे अते सारिआं नूं एक मुठ हो के चढ़दी कला दे नाल जीउण दी जिहड़ी मौका देवे, जांच देवे। जे गुरु ने दित्ती है तो उहदे अनुसार आपां चलना। सो वो समागम किते लगातार श्री गुरु ग्रंथ साहब जी की वो जी 4 जून तो लगातार वो भी मैं अरदास करती सच्चे पातशाह संगतां नूं रज़ा विच रहण दी ताकत बख्शी, क्योंकि गुरु साहब ने सानू कोई भी पाना वरत्या उहदे वास्ते रज़ा विच रहण वास्ते ही सानू सारिआं नूं हिम्मत नाल जरण की भी शक्ति दी है। ये साडे सारिआं वास्ते पैगाम है। ते नाल ही सानू सारिआं नूं जो एक बहुत उत्साह मिलता कि सूरा सो पहचानिए जो लरा दीन के हेत पुरजा पुरजा कट मरे कबू ना छाड़ा खेत। ये सारियां गल्लां तो असी अज इत्थे नमस्कार करते हैं तो उन्होंने शहीदों को शरधा के फुੱਲ भेंट करते हैं। अज असी एक होर भी मैं आप जी को जानकारी देनी चाहनी है कि क्योंकि जख्म बहुत होए और वो जख्म जो असी एक एक करके देखते हैं तो कौम जिहड़ी है वो दर्द विच चली जाती है, बहुत बड़े विराग चाहती। कल भी असी जो हर की पौड़ी विच उस वेले महान ग्रंथ सभायमान सी उहदे दर्शन करने वास्ते गए और उत्थे जाके देख के फिर साडा सारिआं दा मन कंबिया कि उस महान ग्रंथ विच जिहड़ी लंगर वाले पासे तो पिछों तो गोली वजी वो तकरीबन 4.5 इंच विचों ग्रंथ दे विचों लंघी, ग्रंथ विच लगी तो उस ग्रंथी दे उत्ते भी जिहड़ी वजी वो उत्थे कायल हो गया। सो ये सारा दर्द जिहड़ा असीं ज्यों-ज्यों फोलदे हैं त्यों तो हिरदा कंबदा कि असीं ते सारे भुल बैठे, कईयां नूं पता ही नहीं सी। पर जिहड़ा असीं सारा वो खोज करने की गल शुरू की है तो जदों असीं जाके कल फिर सारिआं ने फिर वही खूह देखिया
ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸਾਰੇ ਦੇ ਸਮੇਂ ਦਾ ਸੀਗਾ, ਜਿਹੜਾ ਅਜੇ ਵੀ ਉਹ ਸਾਨੂੰ ਯਾਦ ਕਰਾਉਂਦਾ ਹੈ ਕਿ ਉਸ ਖੂਹ ਦੇ ਪਾਣੀ ਦੇ ਜਲ ਵਿੱਚੋਂ ਅਸੀਂ ਕਿਤੇ ਪ੍ਰਕਰਮਾਂ ਨੂੰ ਇਸ਼ਨਾਨ ਕਰਾਉਂਦੇ ਸੀ, ਕਿਤੇ ਲੰਗਰ ਵਿੱਚ ਵਰਤਦੇ ਸੀ। ਉਹ ਸਾਰੇ ਸਰੋਤ ਸਾਡੇ ਜਿਹੜੇ ਹੈ ਉਹ ਇਸ ਸੰਗਤ ਦੀ ਜਾਣਕਾਰੀ ਵਾਸਤੇ ਲਿਆਉਣੇ ਜ਼ਰੂਰੀ ਹੈ। ਜਿਹੜੀ ਖਜ਼ਾਨਾ ਜਿਹੜੀ ਡਿਓੜੀ ਹੈ ਉਹ ਵੀ ਸਾਰੇ ਅਸੀਂ ਕੱਲ੍ਹ ਦੇਖ ਕੇ ਆਏ, ਔਰ ਨਾਲ ਜਗ੍ਹਾ ਅਸੀਂ ਢੂੰढ ਰਹੇ ਹਾਂ ਕਿ ਜਲਦੀ ਅਸੀਂ ਪੱਤਰੇ ਜਿਹੜੇ ਹੈ ਉਹ ਡਿਸਪਲੇ ਕਰਾਂਗੇ। ਜਿਹੜੇ ਪੱਤਰਿਆਂ 'ਚ ਜਿਹੜੇ ਮਹਾਰਾਜ ਰਣਜੀਤ ਸਿੰਘ ਜੀ ਦੇ ਵੇਲੇ ਪੱਤਰੇ ਲੱਗੇ ਸੀ, ਉਹ ਪੱਤਰੇ ਜਿਹੜੇ ਛਲਣੀ ਕੀਤੇ ਹੈ, ਗੋਲੀਆਂ ਦੇ ਨਿਸ਼ਾਨ ਲੱਗੇ ਹੈ, ਉਹ ਅਸੀਂ ਛੇਤੀ ਡਿਸਪਲੇ ਕਰਾਂਗੇ। ਔਰ ਬਹੁਤ ਜਲਦੀ ਅਸੀਂ ਜਿਹੜੀ ਸ਼ਹੀਦਾਂ ਦੀ ਗੈਲਰੀ ਹੈ ਉਹ ਅਜਾਇਬ ਘਰ ਦੀ ਤੌਰ ਦੇ ਉੱਤੇ, ਮਿਊਜ਼ੀਅਮ ਦੀ ਤੌਰ ਦੇ ਉੱਤੇ ਜਲਦੀ ਉਸਾਰ ਕੇ ਉਹ ਸੰਗਤ ਦੇ ਸਾਹਮਣੇ ਅਸੀਂ ਰੱਖਾਂਗੇ ਔਰ ਸਪੁਰਦ ਕਰਾਂਗੇ ਸੰਗਤ ਦੇ ਦਰਸ਼ਨਾਂ ਵਾਸਤੇ। ਬਹੁਤ ਜਲਦੀ ਥੋੜ੍ਹੇ ਸਮੇਂ 'ਚ ਉਹ ਅਸੀਂ ਇਸ ਗੱਲ ਨੂੰ ਸੰਪੂਰਨਤਾ ਦੇਵਾਂਗੇ। ਇੱਕ ਹੋਰ, ਕਿਉਂਕਿ ਅੱਜ ਵੱਡਾ ਦਰਦ ਅਸੀਂ ਚੱਲ ਰਹੇ ਹਾਂ, ਜਿਹੜਾ ਅੱਜ ਮਾਨਵਤਾ ਦੀ, ਮਨੁੱਖਤਾ ਦੀ ਬਹੁਤ ਵੱਡੀ ਪੀੜ ਬਣੀ ਹੋਈ ਹੈ, ਉਹ ਹੈ ਕਰੋਨਾ ਕੋਵਿਡ-19, ਜਿਹੜਾ ਮਹਾਮਾਰੀ ਦੇ ਰੂਪ ਵਿੱਚ ਅੱਜ ਦੇਸ਼ ਵਿੱਚ ਫੈਲਿਆ ਹੋਇਆ। ਦੁਨੀਆ ਭਰ ਦੇ ਲੋਕ ਇਸ ਗੱਲ ਨਾਲ ਹਿੱਲ ਗਏ ਕਿ ਇਹ ਬਿਮਾਰੀ ਦਾ ਇਲਾਜ ਨਹੀਂ, ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਲਗਾਤਾਰ ਉਹਦੇ ਨਾਲ ਜੂਝ ਰਹੀਆਂ ਹਨ। ਜੇ ਸਰਕਾਰਾਂ ਨੇ ਕਦਮ ਬਹੁਤੇ ਵੱਡੇ ਨਹੀਂ ਚੁੱਕੇ, ਜੇ ਸਰਕਾਰਾਂ ਨੇ ਅੱਜ ਕਈ ਵਾਰੀ ਦਵਾਈਆਂ ਵਿੱਚ ਵੀ, ਵੈਕਸੀਨ ਵਿੱਚ ਵੀ ਬਹੁਤ ਵੱਡੀਆਂ ਅਣਗਹਿਲੀਆਂ ਵੀ ਕੀਤੀਆਂ ਤੇ ਹਸਪਤਾਲਾਂ ਦੇ ਵਿੱਚ ਕੋਈ ਇਲਾਜ ਵਾਸਤੇ ਪ੍ਰਬੰਧ ਨਹੀਂ ਕਰ ਸਕੇ ਪੁਖਤਾ, ਤੇ ਮੈਂ ਸਮਝਦੀ ਹਾਂ ਕਿ ਅੱਜ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਨੇ ਆਪਣੇ ਹੱਥੀਂ ਆਪੇ ਹੀ ਕਾਰਜ ਸਵਾਰੀ ਹੈ ਤੇ ਮਹਾਂਵਾਕ ਅਨੁਸਾਰ ਇਹ ਸਾਰੇ ਕਾਰਜ ਨੂੰ ਹੱਥਾਂ ਵਿੱਚ ਲੈ ਕੇ ਬਹੁਤ ਵੱਡੀ ਸੇਵਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਪਹਿਲੇ ਤੋਂ ਲੈ ਕੇ ਲਗਾਤਾਰ 1.5 ਸਾਲ ਤੋਂ ਇਹ ਜ਼ਿੰਮੇਵਾਰੀ ਨਿਭਾਉਂਦੀ ਆਈ ਹੈ, ਕਦੇ ਗੁਰੂ ਕੇ ਲੰਗਰਾਂ ਦੀ ਸੇਵਾ, ਕਦੀ ਵੈਕਸੀਨ ਦੀ ਸੇਵਾ, ਕਦੇ ਕੰਸੈਂਟਰੇਟਰ ਲਾ ਕੇ ਆਕਸੀਜਨ ਦੀ ਸੇਵਾ, ਉਹਦੇ ਲੰਗਰਾਂ ਦੀ ਸੇਵਾ, ਹੁਣ ਫਿਰ ਵੈਕਸੀਨ ਦੀ ਸੇਵਾ। ਭਾਵੇਂ ਅਸੀਂ ਮੁੱਲ ਲਿਆਉਂਦੇ ਹਾਂ, ਸੰਕਟ ਸਾਡੇ 'ਤੇ ਵੀ ਆਰਥਿਕ ਤੌਰ ਦੇ ਉੱਤੇ, ਲੇਕਿਨ ਖਰੀਦ ਕੇ ਵੀ ਅਸੀਂ ਸੰਗਤ ਨੂੰ ਫ੍ਰੀ ਇਲਾਜ ਵਾਸਤੇ ਵਰਤਦੇ ਹਾਂ। ਉਹ ਇਸ ਕਰਕੇ ਕਿ ਕੋਈ ਰਹਿ ਨਾ ਜਾਵੇ। ਇਹ ਬਿਮਾਰੀ ਦਾ ਨਾਸ਼ ਤਾਂ ਹੋਏਗਾ ਜੇ ਅਸੀਂ ਇਹਦੀ ਮੁੱਢ ਤੋਂ ਫੜ ਲਈਏ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ, ਤੁਹਾਡੀ ਸੇਵਾ 'ਚ ਅਜੇ ਵੀ ਸ਼੍ਰੋਮਣੀ ਕਮੇਟੀ ਹਾਜ਼ਰ ਹੈ। ਲਗਾਤਾਰ ਇਹ ਚੱਲਦੇ ਰਹਿਣਗੇ ਜਦ ਤੱਕ ਇਸ ਬਿਮਾਰੀ ਦਾ ਖਾਤਮਾ ਨਹੀਂ ਹੁੰਦਾ। ਇੱਕ ਹੋਰ, ਕੱਲ੍ਹ ਹੀ ਅਸੀਂ ਬੈਠੇ ਐਗਜ਼ੈਕਟਿਵ ਦੀ ਸਾਰੀ ਮੈਂਬਰ ਸਨ, ਅਸੀਂ 1-2 ਫੈਸਲੇ ਕੀਤੇ ਹੈ ਜਿਹੜੇ ਕਿ ਮਾਨਵਤਾ ਦੀ ਸੇਵਾ ਵਿੱਚ ਅਸੀਂ ਹਾਜ਼ਰ ਕਰਨੇ ਚਾਹੁੰਦੇ ਹਾਂ। ਜਿੰਨੇ ਕਰੋਨਾ ਕਰਕੇ ਸਾਡੇ ਬੱਚੇ ਅਨਾਥ ਹੋਏ ਜਾਂ ਕਿਸੇ ਦਾ ਬਾਪ ਚਲਾ ਗਿਆ, ਬੱਚਾ ਛੋਟਾ ਹੈ, ਉਹਦਾ ਕੋਈ ਸਹਾਰਾ ਨਹੀਂ ਰਹਿ ਗਿਆ ਕਮਾਈ ਦਾ, ਘਰ ਦਾ, ਉਹਨਾਂ ਦੇ ਸਾਰੇ ਬੱਚਿਆਂ ਨੂੰ ਅਸੀਂ ओन करांगे। देखा भी शहीद हो गए वो सब, है ना, अपने हक और हकूक और लोगों के हक और हकूक की बात करते हुए। सो उसी के लिए नतमस्तक होने आए हैं, श्री गुरु रामदास पातशाह के दरबार में नतमस्तक होने आए हैं। सर क्या कहना चाहेंगे, जैसे ब्लू साइड एनालिसिस में गुरु ग्रंथ साहब जी को प्रकट किया गया था, हाँ जी, शोभित किया गया था, क्या कहना चाहते हैं उसके नहीं, गुरु ग्रंथ साहब की देखो सरकार ने कितना समय तक अपना पुरजोर कोशिश की, भी जो उस टाइम सरकार ने हमारे ऊपर जुल्म किया, जबर किया, वो सामने ना आए। आज 37 साल बाद भी इतिहास अपने आप ये सच बोल रहा है और आप लोगों के सामने वो सब चीज़ें, वो सब घटनाएं और उन सब जिस तरह इमारत हमारी दरबार साहब की 300 गोलियां लगी, श्री गुरु ग्रंथ साहब घायल हुए, वो गोली सुखमी साहब की एक पन्ने पर जाके रुकी, और जो सब किया, जितनी शहीदियां हुई, जो बेदोषे और बेगुनाह हमारे बच्चों को, हमारी माताओं को और बहनों को, लोगों को मारा गया। सो एवरीथिंग इज कमिंग फॉरवर्ड नाउ, दिस इज व्हाट वी नीड टू अंडरस्टैंड। जो सच है, ट्रुथ है, वो कभी नहीं छुपता। अपने आप किसी टाइम एक कलेक्टिव कॉन्शियसनेस देखो कैसे पंजाब में पैदा हो गई है इस चीज़ को लेके। आज जाब्ते में रह के अब पीसफुली हम कैसे अपने आप को इस चीज़ से शिक्षा भी दे रहे हैं, हम प्रेरणा भी दे रहे हैं, हम अपने आप को सेध भी दे रहे हैं जो हमारे साथ उस टाइम हुआ, ताकि अब पंजाब को क्या सीखना है,
क्या डायरेक्शन होनी चाहिए हमारी, कैसे हमें एके में रह के काम करना चाहिए, ये सब इसी घटना के बाद, उसी वर्तारे के बाद या 1984 में जो कुछ हमारी कौम के ऊपर हुआ, उसी के बाद हम सीख के आगे बढ़ रहे हैं। सर 37 साल हो गए, अभी तक इंसाफ नहीं मिला, केस चल रहा है। हाँ जी। किसको दोषी मानते हो, सरकार किसको मानते हो? दोषी तो एक पॉलिटिकल सिस्टम है ना, और पॉलिटिकल सिस्टम ने जो इस देश के इंस्टीट्यूट्स हैं, उन इंस्टीट्यूट्स के ऊपर भी अपनी किसी न किसी तरह डोमिनेंस पैदा कर रखी है। इंसाफ लेने जाते हैं तो वो पॉलिटिकल सिस्टम और सरकार कोई भी हो, उस टाइम कांग्रेस थी, आज बीजेपी है, वही काम कर रहे हैं, है ना। सो पॉलिटिकल सिस्टम ही ऐसा बना हुआ है भी आप अपने हक की आवाज़ लगाएं तो सही। एक साइड हमारे जो रक्षा मंत्री हैं, वो देखिए सिख बटालियन को आप उनको चूड़ते निशान रहे पंथ महाराज के, या राज करेगा खालसा, देख देख फतेह, पंथ की जीत, ये नारा वहाँ बुलंद करने के लिए बोलते हैं बॉर्डर्स पे। पर वही नारा जब हम अपने हक लेने के लिए, आज हमारा किसान आंदोलन चल रहा है, वहाँ बुलंद करते हैं तो आपको इंटरनेशनल या किसी और ठप्पे लगा दिए जाते हैं, आपको वो टैग लगा दिए जाते हैं। सो ये पॉलिटिकल सिस्टम ही एक ऐसा बना हुआ है जो न्याय नहीं लेने देगा आपको, उनकी डोमिनेंस हर इंस्टीट्यूट के ऊपर दिखती है। तो आज स्पेशल आप ब्लू स्टार पर आज मक्का देखने आए हैं, आप पे टैग भी लगा था गवर्नमेंट ने खालिस्तान का। हाँ जी, क्या कहना देखिए बात ये है, मैंने आपको वही बोला ना, आप अपने हक की बात करें, आपको एंटी नेशनल बोलेंगे, आपको देशद्रोही बोलेंगे, आपको खालिस्तानी बोल देंगे। बात ये है भी किसी भी तरह की एस्पिरेशन, सुप्रीम कोर्ट ये बोलता है भी अगर पीसफुल एस्पिरेशन हो, चाहे वो खालिस्तान हो, उसको भी स्पेस होनी चाहिए इस डेमोक्रेसी में। और जो मैच्योर डेमोक्रेसीज होती हैं वो वाकई हर एस्पिरेशन को स्पेस देती हैं, पर अपने यहाँ उस अगर हम स्पेस नहीं दे रहे तो कोई ना कोई प्रॉब्लम हमारे रूलिंग क्लास में है, जो क्लास इस देश को रूल करती है उसमें है। आप खालिस्तान की डिमांड करते हैं, जैसे बाकी सिख करते हैं कि खालिस्तान नहीं, मैं फेडरल जो सिस्टम है या फेडरल एक ढांचा है जिसको खुद मुख्तियारी बोलते हैं, जो हमारे राज्य हैं, है ना, हमारे देश के जो सभी राज्य हैं, उनको ज़्यादा उनके अधिकार देने की बात करता हूँ, क्योंकि उनके पास अगर प्रॉपर फेडरल सिस्टम नहीं होगा तो वो पॉलिसीज़ मेकिंग में कहीं ना कहीं प्रॉब्लम होती रहेगी, जो कि हो रही है। आज जो कृषि कानून नए बने हैं वो एक्चुअली में स्टेट सब्जेक्ट है, उस स्टेट सब्जेक्ट को सेंट्रल गवर्नमेंट अपने हाथ में लेके बना रही है, तो उसी से तनाव और टकराव पैदा हुआ है ना। सो जब तक हम अपने फेडरल सिस्टम के ऊपर वापस नहीं आएंगे और वो सब अधिकार जो स्टेट्स के पास होने चाहिए उनको नहीं देंगे, तो प्रॉब्लम बड़ी हमारी ग्रेव और सीरियस होती रहे। कल एक सिख मार्च निकाला गया, फेडरल सिख का, खालिस्तान डे मनाना चाहिए आज के दिन पे, आपका क्या कहना है? देखिए, मैं आपको अभी क्लियर कर चुका हूँ, अगर सुप्रीम कोर्ट भी ये बोलता है भी पीसफुल एस्पिरेशन को स्पेस देनी चाहिए, तो पीसफुल एस्पिरेशन को स्पेस दे ना। एक मैच्योर डेमोक्रेसी की यही खासियत होती है। अगर हम इन सब जो एक डेमोक्रेसी के पास एक कैरेक्टरिस्टिक्स होने चाहिए उनको नहीं समझेंगे, तो कहीं ना कहीं प्रॉब्लमैटिक एरियाज बनते रहेंगे अपने आप। एज ए सिख आप लोगों को क्या मैसेज देंगे? 37 साल हो गए, अभी तक आपको इंसाफ नहीं मिला। देखो, एज अ सिख मैं मैसेज यही दूंगा, एक तो सिख कभी भी हिंसक नहीं हो सकता, सिख के मनों में, उनके दिलों में कभी हिंसा नहीं हो सकती। तो हम एक तो पीसफुल रहें, जाब्ते में रहें, और एक सांझीवालता, आपसी प्यार और सांझ का संदेश देते रहें, यही मैसेज है। लास्ट क्वेश्चन सर, आज स्पेशल आज यहाँ माता काली ब्लू स्टार एनिवर्सरी में ही आए हैं माता टेकने। हाँ जी, ब्लू स्टार एनिवर्सरी को ही माता टेकने। हाँ जी, हाँ जी, आज क्योंकि हम अपना शहीदी सप्ताह मना रहे हैं, शहीदी हफ्ता मना रहे हैं, उसके लिए बहुत संगत यहाँ नतमस्तक होने आई है, और इसीलिए मैंने आपको बोला है, उससे हमें प्रेरणा और सेध लेनी है, तो वही एक कोशिश है। चलो ਠੀਕ ਹੈ ਉਹਨੇ ਲੋਕ ਬਰਾਬਰ 37 ਸਾਲ ਹੋ ਚੁੱਕੇ ਨੇ ਜੀ, ਜਿਸ ਤਰ੍ਹਾਂ ਹੁਣ ਗੁਰੂ ਗ੍ਰੰਥ ਸਾਹਿਬ ਵੀ ਸਾਹਮਣੇ ਲਿਆਂਦੇ ਗਏ ਨੇ, ਜੋ ਉਸ ਸਮੇਂ ਜਿਹੜੇ ਸੀਗੇ ਉਹ ਜੜ ਹੋਏ ਸੀਗੇ। ਕਿਸ ਤਰ੍ਹਾਂ ਦੇਖਦੇ ਹੋ ਹੁਣ ਜੋ ਸ਼੍ਰੋਮਣੀ ਅਕਾਲੀ ਦਲ ਜਾਂ ਐਨਜੀਪੀਸੀ ਕਰ ਰਹੀ ਹੈ ਜੀ? ਇਹ ਨੀਵੇਂ ਕਰੋ ਥੋੜੇ ਜਿਹਾ ਥੱਲੇ। ਸਿੱਖ ਕੌਮ ਅੱਜ ਦਾ ਦਿਨ ਘੱਲੂਘਾਰਾ ਦਿਵਸ ਮਨਾਉਂਦੇ ਹੈ, ਜਿਸ ਦਿਨ 37 ਸਾਲ ਪਹਿਲਾਂ ਇੰਦਰਾ ਗਾਂਧੀ, ਬੀਜੇਪੀ, ਸੀਪੀਆਈ, ਸੀਪੀਐਮ ਮਾਸਕ ਲਾਓ ਜੀ ਤੇ ਹੋਰ ਜਿੰਨੀਆਂ ਵੀ ਹਿੰਦੁਸਤਾਨ ਦੀਆਂ ਪਾਰਟੀਆਂ, ਉਹਨਾਂ ਨੇ ਇਕੱਠੇ ਹੋ ਕੇ
ਦਰਬਾਰ ਸਾਹਿਬ ਦੇ ਉੱਤੇ ਸਿਰਫ ਆਪਣੀ ਫੌਜ ਦੇ ਨਾਲ ਨਹੀਂ, ਪਰ ਬਰਤਾਨੀਆ ਤੇ ਸੋਵੀਅਤ ਰੂਸ ਦੀ ਫੌਜਾਂ ਦੇ ਨਾਲ ਇੱਕ ਸਟੇਟਲੈਸ ਸਿੱਖਾਂ ਦੇ ਉੱਤੇ ਹਮਲਾ ਕੀਤਾ। ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜਿੱਦਣ ਫੌਜਾਂ ਦਰਬਾਰ ਸਾਹਿਬ 'ਚ ਆ ਗਈਆਂ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਜਿਹੜੇ ਰਵਾਇਤੀ ਅਕਾਲੀ ਸੀ ਉਹਨਾਂ ਨੇ ਇੰਦਰਾ ਗਾਂਧੀ ਤੇ ਨਰਸਿਮਹਾ ਰਾਓ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਹੱਥ ਹਕੂਮਤ ਤਾਂ ਆ ਸਕਦੀ ਹੈ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਕੱਢੋਗੇ। ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਇੰਦਰਾ ਗਾਂਧੀ ਨੂੰ ਕਿ ਜਿੱਦਣ ਫੌਜ ਲੱਗ ਗਈ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੱਥ ਖੜੇ ਕਰਕੇ ਬਾਹਰ ਆ ਜਾਣਗੇ। ਪਰ ਇਹੋ ਜਿਹਾ ਸੂਰਮਾ ਅਸੀਂ ਬਾਬਾ ਦੀਪ ਸਿੰਘ ਤੋਂ ਬਾਅਦ ਦੇਖਿਆ। ਜਦੋਂ ਬਾਬਾ ਦੀਪ ਸਿੰਘ ਨੇ ਦਰਬਾਰ ਸਾਹਿਬ ਦੀ ਰੱਖਿਆ, ਜਦੋਂ ਅਬਦਾਲੀ ਨੇ ਹਮਲਾ ਕੀਤਾ ਸੀ ਦਰਬਾਰ ਸਾਹਿਬ 'ਤੇ, ਉਸੇ ਤਰ੍ਹਾਂ ਹੀ ਕੀਤਾ। 72 ਘੰਟੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ, ਜਨਰਲ ਸ਼ਬੇਗ ਸਿੰਘ ਨੇ, ਠਾਰਾ ਸਿੰਘ ਜੀ ਨੇ, ਅਮਰੀਕ ਸਿੰਘ ਜੀ ਨੇ ਤੇ ਹੋਰ ਆਪਣੇ ਸਾਥੀਆਂ ਦੇ ਸਮੇਤ ਇਹ 3 ਵੱਡੀਆਂ ਫੌਜਾਂ ਦੁਨੀਆ ਦੀਆਂ। ਤੁਸੀਂ ਕਰ ਲਓ ਫਿਰ ਜੇ ਤੁਸੀਂ ਪਿੱਛੇ ਹੋ ਜਾਓ ਜਥੇਦਾਰ ਜੀ, ਆਪ ਹੀ ਯਾਰ ਆਪਾਂ ਕਰੀ ਜਾਂਦੇ ਹਾਂ। 72 ਘੰਟੇ ਇਹ 3 ਨਿਊਕਲੀਅਰ ਫੌਜਾਂ ਅੰਦਰ ਨਹੀਂ ਆਉਣ ਦਿੱਤੀਆਂ। ਔਰ ਜਦੋਂ ਸ਼ਹਾਦਤ ਪ੍ਰਾਪਤ ਕੀਤੀ ਹੈ, ਜਿੱਥੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਹੈਗੇ ਆ, ਉੱਥੇ ਸੰਤ ਜਰਨੈਲ ਸਿੰਘ ਨੇ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਦੀ ਛਾਤੀ ਦੇ ਵਿੱਚ 72 ਗੋਲੀਆਂ ਲੱਗੀਆਂ ਹੋਈਆਂ ਸੀਗੀਆਂ। ਤੇ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਕਿ ਨੀਂਹ ਪੱਥਰ ਖਾਲਿਸਤਾਨ ਦਾ ਰੱਖਿਆ ਜਾਊਗਾ, ਇਹ ਘੱਲੂਘਾਰਾ ਦਿਵਸ ਜ਼ਰੂਰ ਹੈ, ਪਰ ਅਸੀਂ ਸਾਡੀ ਕੌਮ ਦਾ ਖਾਲਿਸਤਾਨ ਡੇ ਹੈ। ਅਸੀਂ ਇਸ ਨੂੰ ਮਨਾ ਰਹੇ ਹਾਂ ਔਰ ਬਹੁਤ ਸ਼ਰਧਾ ਦੇ ਨਾਲ ਮਨਾ ਰਹੇ ਹਾਂ। ਦੇਖੋ, ਅਸੀਂ ਰੱਖਿਆ ਕਰ ਰਹੇ ਹਾਂ ਦਰਬਾਰ ਸਾਹਿਬ ਦੀ, ਤੇ ਤੁਸੀਂ ਜਰਨਲਿਸਟ ਜਿਵੇਂ ਸੋਵੀਅਤ, ਬਰਤਾਨੀਆ ਤੇ ਇੰਡੀਅਨ ਫੌਜਾਂ ਲੜ ਰਹੀਆਂ ਸੀ, ਅੱਜ ਤੁਸੀਂ ਅਖਬਾਰਾਂ ਵਾਲੇ ਲੜ ਰਹੇ ਹੋ ਆਪਸ 'ਚ। ਫਿਰ ਇੰਟਰਵਿਊ ਕਾਹਦੀ ਹੋਊਗੀ ਅੱਜ? ਸੋ ਅੱਜ ਖਾਲਿਸਤਾਨ ਡੇ ਹੈ ਤੇ ਅਸੀਂ ਸ਼ਰਧਾਂਜਲੀ ਭੇਟ ਕਰਨ ਆਏ ਹਾਂ ਜਿਹੜੇ ਸ਼ਹੀਦਾਂ ਨੇ ਆਪਣੀ ਬਲੀ ਦਿੱਤੀ ਹੈ ਔਰ ਸਿੱਖ ਕੌਮ ਦਾ ਨਾਂ ਉੱਚਾ ਰੱਖਿਆ। ਖਾਲਿਸਤਾਨ ਇੱਕ ਇਹੋ ਜਿਹਾ ਇਲਾਕਾ ਹੋਊਗਾ, ਪੰਜਾਬ, ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਤੇ ਕੱਛ ਦਾ ਇਲਾਕਾ, ਗੁਜਰਾਤ ਦਾ, ਇਹ ਬਫਰ ਸਟੇਟ ਹੋਊਗੀ 3 ਨਿਊਕਲੀਅਰ ਪਾਵਰਸ ਦੇ ਵਿਚਾਲੇ, ਹਿੰਦੂ ਇੰਡੀਆ, ਇਸਲਾਮਿਕ ਪਾਕਿਸਤਾਨ ਤੇ ਕਮਿਊਨਿਸਟ ਚੀਨ ਦੇ ਵਿਚਾਲੇ। ਅੱਜ ਚੀਨ ਤੇ ਪਾਕਿਸਤਾਨ ਇਕੱਠੇ ਹੋ ਕੇ ਤਿੱਬਤ ਤੋਂ ਨਿਸ਼ਾਨੇ ਬਣਾ ਰਹੇ ਹੈ ਇੰਡੀਆ ਦੇ। ਜੇ ਇੱਥੇ ਪਰਮਾਣੂ ਯੁੱਧ ਹੋ ਗਿਆ, ਸਿੱਖ ਤੇ ਪੰਜਾਬੀ ਨਸਲ ਬਿਲਕੁਲ ਖਤਮ ਹੋ ਜੂ, ਕਿਉਂ ਕਰਕੇ ਇਹ ਇਲਾਕਾ ਮੈਦਾਨ ਜੰਗ ਬਣ ਜੂਗਾ। ਜਰਨਲ ਸ਼ਬੇਗ ਸਿੰਘ ਜੀ ਸਾਹਿਤ ਅਨੇਕਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ। ਛੋਟੇ ਛੋਟੇ ਬੱਚੇ, ਇਸਤਰੀਆਂ ਤੱਕ ਨੂੰ ਭਾਰਤੀ ਫੌਜ ਨੇ ਨਹੀਂ ਬਖਸ਼ਿਆ। ਜਿਸ ਤਰ੍ਹਾਂ 1962 ਦੇ ਵਿੱਚ ਭਾਰਤ ਨੇ ਚੀਨ ਤੇ ਹਮਲਾ ਕੀਤਾ, 1965 ਤੇ 71 ਦੇ ਵਿੱਚ ਪਾਕਿਸਤਾਨ ਤੇ ਹਮਲਾ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸੁਤੰਤਰ ਪ੍ਰਭੂ ਸੱਤਾ ਦਾ ਪ੍ਰਤੀਕ ਹੈ,
ਬਿਲਕੁਲ ਪਾਕਿਸਤਾਨ ਤੇ ਚੀਨ ਵਾਂਗ ਹੀ ਇਸ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਸ ਔਰ ਉਹੀ ਵਿਵਹਾਰ ਕੀਤਾ ਇੱਥੇ ਜੋ ਵਿਵਹਾਰ ਜੇਤੂ ਫੌਜਾਂ ਜਿਹੜੀਆਂ ਕਿਸੇ ਮੁਲਕ ਦੀਆਂ ਉਹ ਦੂਸਰੇ ਮੁਲਕ ਦੇ ਵਿੱਚ ਜਾ ਕੇ ਉਹਨਾਂ ਦੇ ਬਸ਼ਿੰਦਿਆਂ ਦੇ ਉੱਤੇ ਵੀ ਸ਼ਾਇਦ ਨਾ ਕਰਨ, ਲੇਕਿਨ ਸਾਡੇ ਨਾਲ ਉਸ ਤੋਂ ਵੀ ਭੈੜਾ ਮਾੜਾ ਮੰਦਾ ਸਲੂਕ ਜਿਹੜਾ ਹੈ ਭਾਰਤੀ ਫੌਜ ਨੇ ਇਸ ਘੱਲੂਘਾਰੇ ਦੇ ਦੌਰਾਨ ਇਸ ਅਸਥਾਨ ਦੇ ਉੱਤੇ ਕੀਤਾ ਹੈ। ਇੱਕ ਐਸਾ ਨਸੂਰ ਹੈ ਸਿੱਖ ਕੌਮ ਦੇ ਪਿੰਡੇ ਦੇ ਉੱਤੇ ਜਿਹੜਾ ਸਾਰਾ ਸਾਲ ਰਿਸਦਾ ਰਹਿੰਦਾ ਹੈ, ਮੈਲੇ ਨਾਲ ਭਰ ਜਾਂਦਾ ਹੈ, ਪੀੜ ਕਰਦਾ ਹੈ, ਦਰਦ ਕਰਦਾ ਹੈ, ਔਰ ਅੱਜ ਦੇ ਦਿਨ ਅਸੀਂ ਖਾਲਿਸਤਾਨ ਜਿੰਦਾਬਾਦ ਕਹਿ ਕੇ ਉਸ ਮੈਲੀ ਨੂੰ ਬਾਹਰ ਕੱਢਦੇ ਹਾਂ ਤਾਂ ਕਿ ਸਾਡੀ ਪੀੜ ਠੰਡੀ ਹੋਵੇ, ਸਾਡਾ ਦਰਦ ਘੱਟ ਹੋਵੇ। ਇਹਨੂੰ ਭੁਲਾਇਆ ਨਹੀਂ ਜਾ ਸਕਦਾ, ਇਹਨੂੰ ਮੇਟਿਆ ਨਹੀਂ ਜਾ ਸਕਦਾ, ਇਹ ਹਮੇਸ਼ਾ ਤੱਕ ਯਾਦ ਰਹੂਗਾ। ਮੈਂ ਕਹਿਣਾ ਚਾਹੁੰਦਾ ਹਾਂ ਆਪ ਜੀ ਨੂੰ ਕਿ ਅਸੀਂ ਇਸ ਨਸੂਰ ਦਾ ਇਲਾਜ ਕਿਸ ਤਰ੍ਹਾਂ ਕਰਨਾ ਹੈ, ਇਹਦੀ ਦਵਾਈ ਕੀ ਹੈ ਅਸੀਂ ਜਾਣਦੇ ਹਾਂ, ਲੇਕਿਨ ਪ੍ਰਾਪਤ ਕਿਵੇਂ ਹੋਣੀ ਹੈ ਇਹ ਅਸੀਂ ਕਦੇ ਸਿਰ ਜੋੜ ਕੇ ਬੈਠ ਕੇ ਸੋਚਣ ਵਿਚਾਰਨ ਦਾ ਯਤਨ ਨਹੀਂ ਕੀਤਾ। ਅੱਜ ਜ਼ਰੂਰਤ ਹੈ ਕਿ ਅਸੀਂ ਆਪਣੇ ਮਤਭੇਦ ਭੁਲਾ ਕੇ, ਅੱਜ ਜ਼ਰੂਰਤ ਹੈ ਕਿ ਅਸੀਂ ਛੋਟੇ ਛੋਟੇ ਵਿਤਕਰੇ ਭੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਦੇ ਵਿੱਚ ਇਕੱਠੇ ਹੋ ਕੇ ਬੈਠੀਏ। ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਚੀਫ ਖਾਲਸਾ ਦੀਵਾਨ ਹੈ, ਸੱਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਹੈ, ਪਟਨਾ ਸਾਹਿਬ ਬੋਰਡ ਹੈ, ਜਾਂ ਸਾਡੀਆਂ ਸੰਪਰਦਾਵਾਂ ਨੇ, ਸਾਡੀਆਂ ਸਿੱਖ ਜਥੇਬੰਦੀਆਂ ਨੇ, ਇਹ ਸਾਡੀ ਤਾਕਤ ਹੈ ਔਰ ਇਸ ਤਾਕਤ ਨੂੰ ਕਦੇ ਅਸੀਂ ਕਮਜ਼ੋਰ ਨਹੀਂ ਹੋਣ ਦੇਣਾ ਹੈ। ਸਾਡਾ ਸਿਆਸੀ ਵਿਰੋਧ ਉਹ ਅਲੱਗ ਚੀਜ਼ ਹੈ, ਹੋਣਾ ਚਾਹੀਦਾ ਹੈ, ਲੇਕਿਨ ਇਹਨਾਂ ਸੰਸਥਾਵਾਂ ਨੂੰ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ ਸਿਆਸੀ ਵਿਰੋਧ ਦੀ ਆੜ ਦੇ ਵਿੱਚ। ਸਾਧ ਸੰਗਤ ਜੀ, ਸਾਨੂੰ ਬਹੁਤ ਸਾਰੀਆਂ ਈਮੇਲਸ ਆਈਆਂ ਕਿ ਅੱਜ ਦੇ ਦਿਨ ਨੂੰ ਅੰਮ੍ਰਿਤਸਰ ਨਸਲਕੁਸ਼ੀ ਐਲਾਨਿਆ ਜਾਵੇ। ਇਹ ਜਿਹੜਾ 84 ਦਾ ਘੱਲੂਘਾਰ ਹੈ, ਇਹ ਸਿਰਫ ਅੰਮ੍ਰਿਤਸਰ ਸਾਹਿਬ ਦੇ ਸਥਾਨ ਦੇ ਉੱਤੇ ਹੀ ਨਹੀਂ ਭਾਰਤੀ ਫੌਜ ਨੇ ਹਮਲਾ ਕੀਤਾ, ਬਲਕਿ 37 ਸਿੰਘ ਸਾਹਿਬ ਜੀ ਨੇ ਵੀ ਦੱਸਿਆ 37 ਹੋਰ ਗੁਰਧਾਮਾਂ ਦੇ ਉੱਤੇ ਵੀ ਭਾਰਤੀ ਫੌਜ ਨੇ ਹਮਲਾ ਕੀਤਾ ਤੇ ਉੱਥੇ ਵੀ ਸ਼ਹਾਦਤਾਂ ਹੋਈਆਂ ਨੇ, ਸਿੰਘਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਉੱਥੇ ਸਿੰਘਾਂ ਦੀਆਂ। ਨਸਲਕੁਸ਼ੀ ਸਾਡੀ ਹੋਈ ਹੈ 1 ਨਵੰਬਰ ਤੋਂ 4 ਨਵੰਬਰ ਤੱਕ ਲੈ ਕੇ ਦਿੱਲੀ, ਕਾਨਪੁਰ, ਟਾਟਾ ਨਗਰ ਦੀਆਂ ਸੜਕਾਂ ਦੇ ਉੱਤੇ। ਇੱਥੇ ਸਾਡੇ ਜਰਵਾਣਿਆਂ ਨੇ ਮੁਕਾਬਲਾ ਕੀਤਾ ਹੈ। ਜਿੰਨੀ ਅਕਾਲ ਪੁਰਖ ਨੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਮਰੱਥਾ ਬਖਸ਼ੀ ਸੀ, ਉਸ ਸਮਰੱਥਾ ਦੇ ਮੁਤਾਬਕ ਭਾਰਤੀ ਫੌਜ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ 1745 ਦੇ ਵਿੱਚ ਕਾਨੂੰਵਾਲ ਦੇ ਛੰਭ ਦੇ ਵਿੱਚ ਦਿੱਤਾ ਸੀ, ਭਾਵੇਂ 7000 ਸਿੰਘ ਬੱਚੇ ਬੱਚੀਆਂ ਸ਼ਹੀਦ ਹੋ ਗਏ। ਕੋਪਰ ਹੀੜੇ ਦੇ ਸਥਾਨ ਦੇ ਉੱਤੇ ਮਲੇਰਕੋਟਲੇ ਦੇ ਵਿੱਚ ਵੱਡੇ ਘੱਲੂਘਾਰੇ ਦੌਰਾਨ ਦਿੱਤਾ ਸੀ, ਚਾਹੇ 35000 ਸਿੰਘ ਸਿੰਘੜੀਆਂ ਸ਼ਹੀਦ ਹੋ ਗਏ। ਉਵੇਂ 1984 ਦੇ ਵਿੱਚ ਵੀ ਸਾਡੇ ਜਰਵਾਣਿਆਂ ਨੇ ਭਾਰਤੀ ਫੌਜ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੀ ਸਮਰੱਥਾ ਦੇ ਮੁਤਾਬਕ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਇਸ ਕਰਕੇ ਕੌਮ ਇਹਨੂੰ 84 ਦਾ ਘੱਲੂਘਾਰਾ ਜਿਹੜਾ ਹੈ ਉਹ ਪ੍ਰਵਾਨ ਕਰ ਚੁੱਕੀ ਹੈ। ਸਰਕਾਰ ਇਹਨੂੰ ਬਲੂ ਸਟਾਰ ਕਹਿੰਦੀ ਹੈ, ਸਰਕਾਰ ਇਹਨੂੰ ਸਾਕਾ ਨੀਲਾ ਤਾਰਾ ਕਹਿੰਦੀ ਹੈ ਕਹੀ ਜਾਵੇ। ਮੈਂ ਮੀਡੀਆ ਨੂੰ ਵੀ ਕਹਿਣਾ ਚਾਹਣਾ ਕਿ ਸਾਕਾ ਨੀਲਾ ਤਾਰਾ, ਬਲੂ ਸਟਾਰ ਆਪਰੇਸ਼ਨ, ਇਹ ਸ਼ਬਦ ਜਿਹੜਾ ਹੈ ਉਹ ਵਰਤਨ ਤੋਂ ਗੁਰੇਜ਼ ਕੀਤਾ ਜਾਏ, ਕਿਉਂਕਿ ਇਹਦੇ ਨਾਲ ਸਾਨੂੰ ਦਰਦ ਹੁੰਦਾ ਹੈ। ਇਹਨੂੰ 84 ਦਾ ਘੱਲੂਘਾਰਾ ਕਿਹਾ ਜਾਏ। ਇਹ ਘੱਲੂਘਾਰਾ ਸੀ, ਘੱਲੂਘਾਰੇ ਦਾ ਅਰਥ ਹੁੰਦਾ ਸਰਵਨਾਸ਼। ਇਹ ਸਾਡਾ ਸਰਵਨਾਸ਼ ਕਰਨ ਦਾ ਯਤਨ ਸੀ ਭਾਰਤੀ ਫੌਜ ਵੱਲੋਂ, ਜੋ ਇਸ ਅਸਥਾਨ ਦੇ ਉੱਤੇ ਕੀਤਾ ਗਿਆ। ਅਸੀਂ ਹਰ ਸਾਲ ਮਨਾਉਂਦੇ ਹਾਂ, ਮਨਾਉਣਾ ਚਾਹੀਦਾ ਵੀ ਹੈ। ਸਿਰ ਜੋੜ ਕੇ ਬੈਠੀਏ। ਅੰਤ ਦੇ ਵਿੱਚ ਮੈਂ ਇਹੋ ਕਹੂੰਗਾ, ਮਤਭੇਦ ਭੁਲਾ ਕੇ ਬੈਠੀਏ। ਸਿਆਸੀ ਵਿਰੋਧ ਆਪਣੀ ਜਗ੍ਹਾ ਹੈ, ਉਹ ਹੋਣਾ ਚਾਹੀਦਾ।
ਇੱਕ ਗੱਲ ਮੈਂ ਹੋਰ ਕਹਾਂ, ਸਾਡੀ ਖੁਸ਼ਕਿਸਮਤੀ ਵੀ ਹੈ, ਅਸੀਂ ਮਰ ਗਏ, ਲੁੱਟੇ ਗਏ, ਨਿਗਲੇ ਗਏ, ਇਹ ਸ਼ਬਦ ਬਹੁਤ ਵਰਤਦੇ ਆ, ਪਰ ਅਸੀਂ ਤਾਕਤਵਰ ਹਾਂ। ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੈ। ਮਸਜਿਦ ਢਾ ਕੇ ਮੰਦਿਰ ਬਣਾ ਦਿੱਤਾ ਗਿਆ। ਕਈ ਮੁਲਕ ਹੈ ਮੁਸਲਮਾਨਾਂ ਦੇ, ਲੇਕਿਨ ਆਵਾਜ਼ ਨਹੀਂ ਉੱਠੀ। ਧਾਰਾ 370 ਖਤਮ ਕਰ ਦਿੱਤੀ ਗਈ, ਲੇਕਿਨ ਆਵਾਜ਼ ਨਹੀਂ ਉੱਠੀ। ਤੇ ਸਾਡੀ ਇਹ ਖੁਸ਼ਕਿਸਮਤੀ ਹੈ, ਗੁਰੂ ਸਾਹਿਬ ਦੀ ਕਿਰਪਾ ਹੈ। ਪਿਛਲੇ ਕੁਝ ਦਿਨ ਪਹਿਲਾਂ ਯੂਪੀ ਦੇ ਵਿੱਚ ਇੱਕ ਸਿੱਖ ਦੀ ਕੁੱਟਮਾਰ ਹੋਈ। ਅਮਰੀਕਾ ਤੱਕ ਸਿੱਖਾਂ ਨੇ ਵਿਰੋਧ ਕੀਤਾ, ਆਸਟ੍ਰੇਲੀਆ ਦੇ ਸਿੱਖਾਂ ਨੇ ਵਿਰੋਧ ਕੀਤਾ, ਇੰਗਲੈਂਡ ਦੇ ਸਿੱਖਾਂ ਨੇ ਵਿਰੋਧ ਕੀਤਾ। ਇਹ ਸਾਡੇ ਜਿਉਂਦੇ ਹੋਣ ਦਾ ਸਬੂਤ ਹੈ। ਪੈਰ ਦੇ ਵਿੱਚ ਜਦੋਂ ਸਾਡੇ ਕੋਈ ਮਾੜੀ ਜੀ ਚੋਭ ਮਾਰਦਾ ਹੈ ਨਾ, ਤੇ ਸਾਡੇ ਸਿਰ ਨੂੰ ਪਤਾ ਲੱਗਦਾ ਹੈ, ਸਾਡੇ ਸਰੀਰ ਨੂੰ ਪਤਾ ਲੱਗਦਾ ਹੈ, ਇਹ ਜਿੰਦਾ ਹੋਣ ਦੀ ਨਿਸ਼ਾਨੀ ਹੈ। ਸਾਡੇ ਇੱਕ ਸਿੱਖ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਭਾਰਤ ਦੀ ਧਰਤੀ ਦੇ ਉੱਤੇ ਜਾਂ ਦੁਨੀਆ ਦੇ ਕਿਸੇ ਹਿੱਸੇ ਦੇ ਉੱਤੇ, ਸਾਡੀ ਪੂਰੀ ਕੌਮ ਜਿਹੜੀ ਹੈ ਉਹ ਉੱਠ ਖੜੀ ਹੁੰਦੀ ਹੈ। ਪਾਰਲੀਮੈਂਟਾਂ ਦੇ ਸਾਹਮਣੇ ਮੁਜ਼ਾਹਰੇ ਹੁੰਦੇ ਨੇ, ਏਜੰਸੀਆਂ ਦੇ ਸਾਹਮਣੇ ਮੁਜ਼ਾਹਰੇ ਹੁੰਦੇ ਨੇ। ਇਹ ਸਾਡੇ ਜ਼ਿੰਦਾ ਹੋਣ ਦਾ ਸਬੂਤ ਹੈ। ਅਸੀਂ ਜ਼ਿੰਦਾ ਹਾਂ, ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੈ। ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਸਾਧ ਸੰਗਤ ਜੀ। ਅੰਤ ਦੇ ਵਿੱਚ ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਨੇ, ਧਾਰਮਿਕ ਸੰਪਰਦਾਵਾਂ ਦੇ ਜਥੇਬੰਦੀਆਂ ਦੇ ਮੁਖੀ ਸ਼ਾਮਲ ਹੋਏ ਨੇ, ਸ਼ਹੀਦ ਪਰਿਵਾਰਾਂ ਦੇ ਮੈਂਬਰ ਸ਼ਾਮਲ ਹੋਏ ਨੇ। ਮੈਂ ਸਭਨਾਂ ਦਾ ਹੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਸਟਾਫ, ਪ੍ਰਧਾਨ ਜੀ, ਮੈਂਬਰ ਸਾਹਿਬ, ਸਿੰਘ ਸਾਹਿਬਾਨ ਹਾਜ਼ਰ ਹੋਏ ਨੇ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।